साहिब जीओ। कुर्बान जाई उस वेला सुहावी, जित तुमरे द्वारे आया। नानक को प्रभ भई कृपाला, सतगुर पूरा पाया। सतनाम श्री वाहिगुरु साहिब जीओ। तनासरी महला चौथा। ईशा पूरक सर्ब सुख दाता हर, जाके वस है काम तेना। सो ऐसा हर ध्याइए मेरे जीड़े, ता सर्ब सुख पावे मेरे मना। ईशा पूरक सर्ब सुख दाता हर, जाके वस है काम तेना। सो ऐसा हर ध्याइए मेरे जीड़े, ता सर्ब सुख पावे मेरे मना। जप मन सतनाम सदा सतनाम, अलत पलत मुख उजल होई है। नित ध्याइए हर पुरख निरंजना रहाऊ। जय हर सिमरन भया तै उपाद गत कीनी, वडभागी हर जपना। जन नानक को गुर एह मत दीनी, जप हर पवजल तरना। जन नानक को गुर एह मत दीनी, जप हर पवजल तरना। वाहिगुरु जी का खालसा, वाहिगुरु जी की फतेह। कहो बुद्ध प्रभ तुष हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। आप ले हो तुम कथा सुधारी। जुगो जुग अटल चवर छत्र तख दे मालक, कलयुग के जहाज बाणी के बोहित, हलत परत के रक्षक। शब्द गुरु जगत गुरु ਸਾਹਿਬ श्री गुरु ग्रंथ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਬਚਨ ਹਨ, ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਜਿਸ ਨੇ ਮਾਨਸ ਜਨਮ ਲੈ ਕਰਕੇ ਕਦੇ ਸਿਰਜਣਹਾਰ ਨੂੰ ਯਾਦ ਨਹੀਂ ਕੀਤਾ, ਕਦੇ ਸ਼ਬਦ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਉਹ ਮਿਰਤਕ ਦੀ ਨਿਆਈ ਹੈ। ਫਿਰ ਸਤਿਗੁਰ ਬੜੇ ਵਿਰਾਗ ਵਿੱਚ ਆ ਕੇ ਬਚਨ ਕਰਦੇ ਹਨ, ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਕੋਈ ਮਾਨਸ ਜੂਨ ਨਾ ਆਖੀਨ, ਪਸ਼ੂ ਢੋਰ ਗਵਾਰ। ਅੱਜ ਅਸੀਂ ਕਿਸੇ ਨੂੰ ਪੁੱਛ ਲਈਏ ਭਾਈ ਗੁਰਸਿੱਖ ਨੂੰ ਜਨਮ ਦਿਨ ਕਿਵੇਂ ਮਨਾਉਣੇ ਚਾਹੀਦੇ ਆ, ਉਹ ਕਹੇ ਵੀ ਮੈਨੂੰ ਪਤਾ ਨਹੀਂ ਆ। ਜਾਂ ਕਿਸੇ ਨੂੰ ਪੁੱਛ ਲੈ ਕੋਈ ਗਿਆਨੀ, ਕੋਈ ਵਿਦਵਾਨ, ਕੋਈ ਕਥਾਵਾਚਕ, ਇਹ ਆਖਦੇ ਭਾਈ ਸਿੱਖ ਦਾ ਕੀ ਅਰਥ ਹੈ, ਸਿੱਖ ਕਿਹਨੂੰ ਕਹਿੰਦੇ ਆ, ਸਿੰਘ ਕਿਸ ਨੂੰ ਆਖਦੇ ਹਨ, ਖਾਲਸਾ ਕਿਸ ਨੂੰ ਆਖਦੇ ਹਨ, ਜਾਂ ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਹਨ। ਤੇ ਅੱਗੋਂ ਬੰਦਾ ਕਿ ਮੈਨੂੰ ਪਤਾ ਨਹੀਂ ਹੈ, ਤੇ ਕੋਈ ਵਿਦਵਾਨ ਇਹ ਗੱਲ ਕਹਿ ਦੇਵੇ ਭਾਈ ਤੂੰ ਇਨਸਾਨ ਨਹੀਂ ਹੋ ਸਕਦਾ, ਪਸ਼ੂ ਦੀ ਨਿਆਈ ਹਾਂ, ਅਸੀਂ ਇੱਕਦਮ ਗਲ ਪੈ ਜਾਵਾਂਗੇ, ਗਿਆਨੀ ਜੀ ਤੁਹਾਨੂੰ ਕਿੰਨੇ ਹੱਕ ਦਿੱਤਾ ਸਾਨੂੰ ਪਸ਼ੂ ਕਹਿਣ ਦਾ। ਫਿਰ ਉਹ ਵਿਦਵਾਨ ਕਹੇਗਾ ਮੈਂ ਕੁਝ ਨਹੀਂ ਆਖ ਰਿਹਾ, ਮੈਂ ਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾ ਰਿਹਾ। ਮੇਰੇ ਬਾਬਾ ਜੀ ਗੁਰੂ ਅਮਰਦਾਸ ਸਾਹਿਬ ਆਖ ਰਹੇ ਹਨ, ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਜਿਨ੍ਹਾਂ ਨੇ ਮਨੁੱਖਾ ਜਨਮ ਲੈ ਕੇ ਸਿਰਜਣਹਾਰ ਨੂੰ ਕਦੇ ਸਿਮਰਿਆ ਨਹੀਂ, ਸ਼ਬਦ ਦੀ ਕਦੇ ਵਿਚਾਰ ਨਹੀਂ ਕੀਤੀ, ਉਹ ਮਾਨਸ ਜੂਨ ਨਾ ਆਖੀਨ, ਉਹਨਾਂ ਨੂੰ ਮਨੁੱਖ ਨਹੀਂ ਆਖਣਾ ਚਾਹੀਦਾ। ਮਹਾਰਾਜ ਕੀ ਆਖਣਾ ਚਾਹੀਦਾ? ਸਤਿਗੁਰੂ ਜੀ ਆਖਦੇ ਪਸ਼ੂ ਢੋਰ ਗਵਾਰ, ਉਹ ਪਸ਼ੂਆਂ ਦੀ ਨਿਆਈ ਹਨ। ਹੁਣ ਅਸੀਂ ਸਾਰੇ ਗੁਰੂ ਦੀ ਗੋਦ 'ਚ ਬੈਠੇ ਹਾਂ, ਆਪਣੇ ਆਪਣੇ ਹਿਰਦੇ 'ਚ ਝਾਤ ਮਾਰੀਏ,
ਅਜੇ ਅਸੀਂ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੀ ਨਹੀਂ ਕੀਤੇ, ਇੱਕ ਸਹਿਜ ਪਾਠ ਵੀ ਜ਼ਿੰਦਗੀ 'ਚ ਨਹੀਂ ਕੀਤਾ, ਤੇ ਵਿਚਾਰਾਂਗੇ ਕਦੋਂ ਤੇ ਇਨਸਾਨਾਂ ਦੀ ਕਤਾਰ ਵਿੱਚ ਕਦੋਂ ਆਵਾਂਗੇ? ਕਿੱਥੇ ਲਿਖਿਆ ਰਹਿਤ ਮਰਜ਼ਾਦਾ ਵਿੱਚ, ਕਿੱਥੇ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ 'ਚ ਕਿ ਤੁਸੀਂ ਅਖੰਡ ਪਾਠ ਕਰਾਓ ਤੇ ਤੁਸੀਂ ਪਾਰ ਹੋ ਜਾਓਗੇ? ਸਾਨੂੰ ਸਤਿਗੁਰਾਂ ਨੇ ਕਰਮ ਕਾਂਡਾਂ ਵਹਿਮਾਂ ਭਰਮਾਂ ਪਖੰਡਾਂ 'ਚੋਂ ਕੱਢਿਆ ਸੀ, ਪਰ ਅਸੀਂ ਗੁਰੂ ਨੂੰ ਲੈ ਕੇ ਕਰਮ ਕਾਂਡਾਂ ਵਹਿਮਾਂ ਭਰਮਾਂ ਤੇ ਪਖੰਡਾਂ 'ਚ ਪੈ ਗਏ। ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਹਟ ਕੇ ਬੇਨਤੀ ਕਰਾਂ। ਹੁਣ 10-15 ਸਰੀਰ ਬੈਠੇ ਆ, ਤੁਸੀਂ 10-15 ਜਾਣੇ ਸਾਰੇ ਹੀ ਬੋਲਣ ਲੱਗ ਪਓ ਤੇ ਕੋਈ ਸਮਝ ਪਏਗੀ ਕਿਸੇ ਨੂੰ? ਅੱਜ ਕੀ ਹੋ ਰਿਹਾ ਇੱਥੇ? ਹੋਣਾ ਕੀ ਚਾਹੀਦਾ ਸੀ, ਇੱਕ ਕਲਾਸਰੂਮ ਹੈ, ਉਹਦੇ 'ਚ ਇੱਕ ਇੰਸਟ੍ਰਕਟਰ ਹੈ, ਇੱਕ ਟੀਚਰ ਹੈ, ਪੜ੍ਹਨ ਵਾਲੇ 40 ਹੈ ਤੇ ਸਮਝ ਪੈਂਦਾ ਕੁਝ, ਕਿ ਪੜ੍ਹਾਉਣ ਵਾਲਾ ਇੱਕ ਹੈ, ਪੜ੍ਹਨ ਵਾਲੇ 40 ਆ। ਤੇ ਜੇ ਕੋਈ ਕਿ ਪੜ੍ਹਾਉਣ ਵਾਲੇ 40 ਆ ਤੇ ਪੜ੍ਹਨ ਵਾਲਾ ਇੱਕ ਵੀ ਨਹੀਂ, ਉਹਦਾ ਕੀ ਭਾਵ-ਅਰਥ ਹੋਏਗਾ? ਅੱਜ 40 ਖੰਡ ਪਾਠਾਂ ਦੀਆਂ ਲੜੀਆਂ, 101 ਖੰਡ ਪਾਠਾਂ ਦੀਆਂ ਲੜੀਆਂ, ਕਿਉਂਕਿ ਭੇਟਾ ਗਰਾਉਣ ਦਾ ਵਧੀਆ ਇੱਕ ਤਰੀਕਾ ਲੱਭ ਜਾਂਦਾ। ਅਸੀਂ ਭੋਲੇ ਭਾਲੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਨੂੰ ਅਜੇ ਤੱਕ ਸਮਝ ਹੀ ਨਹੀਂ ਸਕੇ। ਮੈਂ ਬੜਾ ਪ੍ਰਸੰਨ ਹੁੰਨਾ ਜਦੋਂ ਸਿੱਖ ਸਹਿਜ ਪਾਠ ਕਰਦੇ ਆ। ਅੱਜ ਲੋੜ ਹੈ ਸਾਨੂੰ ਸਹਿਜ ਪਾਠ ਕਰਨ ਦੀ। ਗੁਰੂ ਸਾਹਿਬ ਆਖਦੇ ਹਨ, ਦੁੱਖ ਰੋਗ ਸੰਤਾਪ ਉਤਰੇ, ਦੁੱਖ ਤੇ ਰੋਗ ਸੰਤਾਪ ਤੇਰੇ ਸਾਰੇ ਉਤਰ ਜਾਣਗੇ, ਪਰ ਉਤਰਨਗੇ ਕਿਵੇਂ? ਸ਼ਰਤ ਕੀ ਆ? ਸੁਣੀ ਸੱਚੀ ਬਾਣੀ। ਨਾ ਅਸੀਂ ਗੁਰਬਾਣੀ ਸੁਣਨੀ ਆ, ਨਾ ਅਸੀਂ ਗੁਰਬਾਣੀ ਪੜ੍ਹਨੀ ਆ। ਗ੍ਰੰਥੀ ਨੂੰ ਭੇਟਾ ਦੇ ਕੇ ਅਸੀਂ ਖੰਡ ਪਾਠ ਕਰਵਾ ਦੇਣਾ। ਅਮੀਰ ਤੇ ਖੰਡ ਪਾਠ ਕਰਵਾ ਲੈਣਗੇ, ਫਿਰ ਗਰੀਬ ਕਿੱਧਰ ਜਾਣਗੇ? ਇਹਦਾ ਮਤਲਬ ਗਰੀਬ ਤੇ ਫਿਰ ਪਾਰ ਨਹੀਂ ਹੋਣਗੇ। ਗੁਰਮੁਖੋ ਸਾਡਾ ਫਰਜ਼ ਬਣਦਾ ਜ਼ਿੰਦਗੀ 'ਚ ਘੱਟ ਤੋਂ ਘੱਟ ਇੱਕ ਸਹਿਜ ਪਾਠ ਤੇ ਹਰ ਬੰਦਾ ਕਰੇ। ਵੈਸੇ ਚਾਹੀਦਾ ਜਨਮ ਦਿਨ ਵਾਲੇ ਦਿਨ ਸਹਿਜ ਪਾਠ ਦੀ ਆਰੰਭਤਾ ਕਰੋ, ਅਗਲੇ ਜਨਮ ਦਿਨ ਵਾਲੇ ਦਿਨ ਸਹਿਜ ਪਾਠ ਦੀ ਸੰਪੂਰਨਤਾ ਕਰੋ। ਮੈਂ ਵਧਾਈ ਦਿੰਦਾ ਭਾਈ ਬਲਜੀਤ ਸਿੰਘ ਹੋਣਾ ਨੂੰ, ਜਿਨ੍ਹਾਂ ਨੇ ਆਪਣੀ ਮੈਰਿਜ ਐਨਵਰਸਰੀ ਤੇ ਨਾਲ ਬੱਚਿਆਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਹਿਜ ਪਾਠ ਦੀ ਗੁਰਬਾਣੀ ਪੜ੍ਹੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਖਦੇ ਹਨ ਕਿ ਤੁਸੀਂ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕੋਈ ਅਲੋਕਾਰ ਕੰਮ ਥੋੜ੍ਹੀ ਕਰਕੇ ਚਲੇ ਗਏ ਜੇ। ਸਤਿਗੁਰ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ। ਕਹਿੰਦੇ ਤੁਸੀਂ ਇਕੱਲੇ ਥੋੜ੍ਹੀ ਵੇਖਦੇ ਹੋ, ਸਾਰੇ ਹੀ ਵੇਖਣ ਆਉਂਦੇ ਆ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਜਿੰਨਾ ਵੀ ਸੰਸਾਰ ਹੈ, ਕੋਈ ਮੰਦਿਰ ਵਿੱਚ ਜਾ ਕੇ ਦੇਖ ਰਿਹਾ ਜੇ, ਕੋਈ ਮਸਜਿਦ ਵਿੱਚ ਦੇਖ ਰਿਹਾ, ਕੋਈ ਚਰਚ ਵਿੱਚ ਦੇਖ ਰਿਹਾ, ਤੇ ਕੋਈ ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਚ ਦੇਖ ਰਿਹਾ। ਸਤਿਗੁਰ ਕਹਿੰਦੇ ਡਿਠੇ ਮੁਕਤ ਨਾ ਹੋਵੀ ਜਿਚਰ, ਸ਼ਬਦ ਨਾ ਕਰੇ ਵਿਚਾਰ। ਦੇਖਣ ਨਾਲ ਨਹੀਂ ਪਾਰ ਹੋਣਾ। ਜੇ ਦੇਖਣ ਨਾਲ ਪਾਰ ਹੋਣਾ ਹੋਵੇ ਤੇ ਮੇਰੇ ਵਰਗੇ ਗ੍ਰੰਥੀ ਤੇ ਕਿੰਨੀਆਂ ਖੰਡ ਪਾਠਾਂ ਦੀਆਂ ਡਿਊਟੀਆਂ ਰੋਜ਼ ਹੀ ਲਾਈ ਜਾਂਦੇ ਆ। ਕਿੰਨੇ ਇਹੋ ਜਿਹੇ ਜਿਨ੍ਹਾਂ ਦੀ ਸੇਵਾ ਹੀ ਗ੍ਰੰਥਾਂ ਨੂੰ ਸੇਵਾ ਸੰਭਾਲ ਕਰਨ ਦੀ ਲੱਗੀ ਹੋਈ ਆ। ਸਤਿਗੁਰ ਕਹਿੰਦੇ ਡਿਠੇ ਮੁਕਤ ਨਾ ਹੋਵੀ ਜਿਚਰ, ਸ਼ਬਦ ਨਾ ਕਰੇ ਵਿਚਾਰ। ਕੱਲਾ ਪੜ੍ਹਨ ਦੀ ਗੱਲ ਨਹੀਂ ਕੀਤੀ, ਸ਼ਬਦ ਦੀ ਵਿਚਾਰ ਕਰ। ਇੱਕ ਸਹਿਜ ਪਾਠ ਕਰ, 2 ਕਰ, 3 ਕਰ, 5 ਕਰ, ਫਿਰ ਇੱਕ ਸਹਿਜ ਪਾਠ ਅਰਥਾਂ ਸਮੇਤ ਕਰ, ਵਿਆਖਿਆ ਸਹਿਤ ਕਰ, ਤਾਂ ਫਾਇਦਾ ਹੋਏਗਾ। ਸੋ ਮੈਂ ਆਪਣੇ ਵਿਸ਼ੇ ਵੱਲ ਆਵਾਂ, ਸ਼ਬਦ ਦੀ ਵਿਚਾਰ ਅਧਿਰਮਤਾ ਕਰਾਂ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਕਲਗੀਧਰ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਮੈਂ ਸ਼ਬਦ ਦੀ ਰਮਤਾ ਕਰਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਇੱਕ ਵਾਰਤਾ ਮੈਂ ਆਪ ਨਾਲ ਸਾਂਝ ਪਾਵਾਂ। ਕੋਈ ਸਾਧੂ ਬੈਠਾ ਹੋਇਆ ਸੀ ਤੇ ਮੇਰੇ ਵਰਗਾ ਆ ਕੇ ਕਹਿੰਦਾ, ਬਾਬਿਓ ਕੀ ਕਰ ਰਹੇ ਹੋ? ਕਹਿੰਦੇ ਬਸ ਬੈਠੇ ਆ। ਕਹਿੰਦਾ ਵਿਹਲੇ ਆ, ਸਾਧੂਆਂ ਨੂੰ ਕੰਮ ਕੀ ਆ? ਉਹ ਕਹਿੰਦੇ ਤੁਸੀਂ ਕਿੱਥੇ ਚੱਲੇ? ਕਹਿੰਦਾ ਮੈਂ ਬਾਜ਼ਾਰ ਚੱਲਿਆ। ਕਹਿੰਦਾ ਮੇਰੇ 2-3 ਸੌਦੇ ਲੈ ਆਵੇਂਗਾ? ਕਹਿੰਦਾ ਬਾਬਾ ਜੀ ਲੈ ਆਵਾਂਗਾ। ਕਹਿੰਦਾ ਲਿਖ ਪਰਚੀ ਤੇ। ਫਿਰ ਅੰਦਰੋਂ ਹੰਕਾਰ ਸੀ, ਘਮੰਡ ਸੀ ਕਿ ਸੰਤ ਤੇ ਵਿਹਲੇ ਰਹਿੰਦੇ, ਇਹਨਾਂ ਨੂੰ ਤੇ ਕੰਮ ਹੀ ਕੋਈ ਨਹੀਂ ਆ। ਤੇ ਕਹਿਣ ਲੱਗਾ ਲਿਖੋ। ਕਹਿੰਦੇ ਪਹਿਲਾ ਸੌਦਾ ਲਿਖ। ਕਹਿੰਦੇ ਘਟੇ ਘਟੇ। ਉਹ ਸੋਚਦਾ ਕੋਈ ਪੰਸਾਰੀ ਕੋ ਮਿਲਣ ਵਾਲੀ ਚੀਜ਼ ਹੋਏਗੀ ਜਿਹੜੀ ਸਾਧੂ ਨੇ ਕਿਹਾ ਲਿਖ ਲਾ ਘਟੇ ਘਟੇ। ਉਹਨੇ ਲਿਖ ਲਿਆ। ਕਹਿੰਦਾ ਪੁੱਛ ਲਾਂਗੇ ਪੰਸਾਰੀ ਨੂੰ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਵਾ, ਕਾਲੀ ਮੂਸਲੀ ਐਰਾ ਵਗੈਰਾ, ਇਹ ਵੀ ਹੋਏਗਾ। ਕਹਿੰਦਾ ਦੂਜੀ ਆਈਟਮ ਲਿਖ ਵਧੇ ਵਧੇ। ਉਹਨੇ ਉਹ ਵੀ ਲਿਖ ਲਿਆ। ਕਹਿੰਦਾ ਇਹ ਵੀ ਹੋਏਗੀ। ਕਹਿੰਦਾ ਤੀਸਰੀ ਲਿਖ ਲਾ ਨਾ ਵਧੇ ਨਾ ਘਟੇ। ਚਲਾ ਗਿਆ ਬਾਜ਼ਾਰ, ਸਾਰਾ ਬਾਜ਼ਾਰ ਘੁੰਮਿਆ। ਜਿਹਦੇ ਕੋਲ ਜਾ ਕੇ ਕਵੇ ਘਟੇ ਘਟੇ, ਕਹਿੰਦਾ ਇਹ ਕਿਹੜੀ ਵਸਤੂ ਆ? ਕਹਿੰਦਾ ਵਧੇ ਵਧੇ, ਕਹਿੰਦਾ ਇਹ ਵੀ ਵਸਤੂ ਨਹੀਂ, ਨਾ ਵਧੇ ਨਾ ਘਟੇ। ਤੁਰਿਆ ਆਉਂਦਾ ਸੀ, ਜਦੋਂ ਵਾਪਸ ਬਹਿਣ ਲੱਗਾ ਨਾ ਬੱਸ ਦੇ ਵਿੱਚ, ਇੱਕ ਉੱਦਾਂ ਦਾ ਹੀ ਚੋਲੇ ਵਰਗਾ ਹੋਰ ਮਿਲ ਪਿਆ। ਕਹਿੰਦਾ ਹੋ ਸਕਦਾ ਇਹਦਾ ਪਹਿਰਾਵਾ ਵੀ ਉਹੋ ਜਿਹਾ ਇਹਨੂੰ ਪਤਾ ਹੋਵੇ। ਕਹਿੰਦਾ ਬਾਬਾ ਤੇਰੇ ਵਰਗਾ ਇੱਕ ਸਾਧੂ ਮਿਲਿਆ ਸੀ,
ਉਹਨੇ ਮੈਨੂੰ ਆ ਵਸਤੂਆਂ ਲਿਆਉਣ ਨੂੰ ਕਹੇ, ਮੈਨੂੰ ਕਿਤੇੋਂ ਨਹੀਂ ਮਿਲ ਰਹੀਆਂ, ਮੇਰੀ ਬੜੀ ਬੇਇੱਜ਼ਤੀ ਆ। ਕਹਿੰਦਾ ਆ ਜਾ ਬਹਿ ਜਾ ਇੱਥੇ। ਕਹਿੰਦਾ ਬੋਲ ਕਿਹੜੀ ਵਸਤੂ ਆ? ਕਹਿੰਦਾ ਘਟੇ। ਕਹਿੰਦਾ ਉਹ ਤੇਰੇ ਕੋਲ ਹੀ ਆ। ਕਹਿੰਦਾ ਮੇਰੇ ਕੋਲ? ਫਿਰ ਮੈਂ ਕੋਈ ਲੱਭਦਾ ਫਿਰਦਾ। ਕਹਿੰਦਾ ਇਹਦੇ ਅੱਗੇ ਲਿਖ ਲਾ ਉਮਰ, ਕਿ ਤੇਰੀ ਇੱਕ ਇੱਕ ਪਲ ਪਲ ਨਾਲ ਸਵਾਸ ਸਵਾਸ ਨਾਲ ਤੇਰੀ ਉਮਰ ਜਿਹੜੀ ਉਹ ਘਟਦੀ ਜਾ ਰਹੀ ਆ। ਕਹਿੰਦਾ ਅੱਗੇ ਲਿਖ ਵਧੇ। ਕਹਿੰਦਾ ਇਹਦੇ ਅੱਗੇ ਲਿਖ ਲਾ ਤ੍ਰਿਸ਼ਨਾ। ਕਹਿੰਦਾ ਉਮਰ ਭਾਵੇਂ ਤੇਰੀ ਘਟਦੀ ਜਾ ਰਹੀ, ਪਰ ਤ੍ਰਿਸ਼ਨਾ ਤੇਰੀ ਵੱਧਦੀ ਜਾ ਰਹੀ ਆ। ਅਸੀਂ ਕੀ ਕਰ ਰਹੇ ਅੱਜ? ਅਸੀਂ ਕੇਕ ਜਿਹਾ ਲੈ ਆਉਂਦੇ ਆ, ਉੱਤੇ ਮੋਮਬੱਤੀਆਂ ਬਾਲ ਲੈਂਦੇ ਆ, ਇੱਕ ਛੱਡ ਕੇ ਬਾਕੀ ਸਾਰੀਆਂ ਫੂਕ ਮਾਰ ਕੇ ਬੁਝਾ ਦਿੰਦੇ ਆ। ਮੈਂ ਕਈ ਵਾਰੀ ਆਖਦਾ ਹੁੰਨਾ ਕਿ ਜਿਹੜਾ ਜਨਮ ਦਿਨ ਮਨਾ ਰਹੇ ਹੋ, ਤੁਹਾਨੂੰ ਪਤਾ ਤੁਹਾਡੀ ਜਾਂ ਸਾਡੀ ਉਮਰ ਕਿੰਨੀ ਕੁ ਬਚੀ ਹੋਈ ਆ? ਗੁਰੂ ਨਾਨਕ ਸਾਹਿਬ ਨੇ ਪੁੱਛਿਆ ਸੀ, ਬਾਲਿਆ ਦੱਸ ਤੇਰੀ ਉਮਰ ਕਿੰਨੀ ਆ? ਕਹਿੰਦੇ ਮਹਾਰਾਜ ਅੱਜ ਬੈਠੇ ਕੱਲ ਦਾ ਨਹੀਂ ਪਤਾ। ਕਹਿੰਦੇ ਬੜੀ ਦੂਰ ਸਮਝੀ ਬੈਠਿਆ। ਮਰਦਾਨਿਆ ਤੂੰ ਦੱਸ। ਕਹਿੰਦੇ ਮਹਾਰਾਜ ਹੁਣ ਦੀ ਘੜੀ ਬੈਠਾ, ਅਗਲੀ ਦਾ ਨਹੀਂ ਪਤਾ। ਸਤਿਗੁਰ ਕਹਿੰਦੇ ਬੜੀ ਦੂਰ ਸਮਝੀ ਬੈਠਾ। ਮਹਾਰਾਜ ਤੁਸੀਂ ਸਮਝਾ ਦਿਓ, ਕਰੋ ਕਿਰਪਾ। ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ। 2.5 ਕੁ ਗਿੱਠਾਂ ਦਾ ਸਾਹ ਚਲਾ ਗਿਆ ਅੰਦਰ, ਪਤਾ ਨਹੀਂ ਨੇ ਵਾਪਸ ਪਰਤਣਾ ਕਿ ਨਹੀਂ ਪਰਤਣਾ। ਮੋਹਲਤ ਮੋਹਤ ਨਾ ਜਾਣਾ। ਅਸੀਂ ਇਹਦੀ ਮੋਹਲਤ ਨੂੰ ਨਹੀਂ ਜਾਣ ਸਕਦੇ। ਸਾਨੂੰ ਚਾਹੀਦਾ ਸੀ ਅਫਸੋਸ ਕਰਨਾ, ਸਾਨੂੰ ਚਾਹੀਦਾ ਸੀ ਪਛੋਤਾਪ ਕਰਨਾ ਕਿ ਅੱਜ ਮੇਰੀ ਉਮਰ ਵਿੱਚੋਂ 1 ਸਾਲ ਹੋਰ ਘਟ ਗਿਆ। ਦਾਤਾ ਜੀ ਅੱਜ ਤੱਕ ਮੈਂ ਇੰਨੇ ਹੀ ਸਹਿਜ ਪੜ ਕਰ ਸਕਿਆ, ਮੈਨੂੰ ਮਾफ़ ਕਰ ਦਿਓ, ਮੈਂ ਗਾਂ ਹੋਰ ਜ਼ਿਆਦਾ ਕਰ ਸਕਾਂ। ਜਾਂ ਇੰਨੇ ਸਾਲਾਂ 'ਚ ਮੈਂ ਇੱਕ ਸਹਿਜ ਪਾਠ ਵੀ ਨਹੀਂ ਕਰ ਸਕਿਆ, ਮੈਨੂੰ ਪਿਛਲੀਆਂ ਗਲਤੀਆਂ ਤੋਂ ਮਾफ़ ਕਰ ਦਿਓ ਤੇ ਗਾਂ ਕਿਰਪਾ ਕਰੋ ਮੈਂ ਆਪਣੀ ਜ਼ਿੰਦਗੀ 'ਚ ਸਹਿਜ ਪਾਠ ਦੀ ਆਰੰਭਤਾ ਕਰ ਸਕਾਂ, ਮੈਂ ਗੁਰਬਾਣੀ ਦੇ ਨਾਲ ਜੁੜ ਸਕਾਂ। ਇਹ ਪਛੋਤਾਪ ਕਰਨ ਦਾ ਵੇਲਾ ਸੀ, ਪਰ ਅਸੀਂ ਇੱਕ ਮੋਮਬੱਤੀ ਛੱਡ ਕੇ ਬਾਕੀ ਬੁਝਾ ਦਿੰਨੇ। ਮੈਂ ਤੇ ਕਈ ਵਾਰੀ ਆਖਦਾ ਹੁੰਨਾ ਕਿ ਇਉਂ ਲੱਗਦਾ ਜਿਵੇਂ ਅੰਗਰੇਜ਼ਾਂ ਨੇ ਸ਼ੁਰੂਆਤ ਕੀਤੀ ਆ ਕਿ ਬਾਕੀ ਸਾਰੇ ਖਤਮ ਹੋ ਗਿਆ, ਹੋ 1 ਸਾਲ ਬਚਿਆ ਜਿਹੜੀ ਮੋਮਬੱਤੀ ਅਸੀਂ ਜਗਦੀ ਛੱਡੀ ਬਾਕੀ ਬੁਝਾ ਦਿੱਤੀਆਂ। ਨਹੀਂ ਗੁਰਮੁਖ ਪਿਆਰਿਓ, ਇਹ ਜਨਮ ਦਿਨ ਮਨਾਉਣ ਦਾ ਪਛੋਤਾਪ ਕਰਨਾ ਸੀ, ਪਿਛਲਾ ਜੀਵਨ ਵੇਖਣਾ ਸੀ ਤੇ ਗਾਂ ਅਰਦਾਸ ਕਰਨੀ ਸੀ, ਮਹਾਰਾਜ ਕਿਰਪਾ ਕਰੋ ਇਹ ਜਨਮ ਆਪ ਜੀ ਦੇ ਲੇਖੇ ਲੱਗ ਸਕੇ। ਸੋ ਅੱਜ ਦਾ ਜਿਹੜਾ ਹੁਕਮਨਾਮਾ ਪ੍ਰਾਪਤ ਹੋਇਆ, ਜਿਵੇਂ ਅਸੀਂ ਆਪਣੇ ਮਾਤਾ ਪਿਤਾ ਕੋ ਜਾਣਦੇ ਹਾਂ, ਪੁੱਤਰਾਂ ਦੀਆਂ 3 ਕਿਸਮਾਂ ਹੁੰਦੀਆਂ, ਪੁੱਤ, ਸਪੁੱਤ ਤੇ ਕਪੁੱਤ। ਪੁੱਤਰ ਜਿਹੜਾ ਹੁੰਦਾ ਹੈ ਉਹ ਬਾਪੂ ਨੇ ਜਿੰਨੀ ਕੁ ਜਾਇਦਾਦ ਜਿੰਨੀ ਕੁ ਇੱਜ਼ਤ ਬਣਾਈ ਓਨੀ ਬਣਾ ਕੇ ਰੱਖਦਾ, ਨਾ ਵਧਾਉਂਦਾ ਨਾ ਘਟਾਉਂਦਾ। ਸਪੁੱਤਰ ਉਹਨੂੰ ਦੁੱਗਣੀ ਚੌਗਣੀ ਕਰ ਦਿੰਦਾ ਹੈ ਤੇ ਕਪੁੱਤਰ ਜਿਹੜਾ ਹੈ ਉਹਨੂੰ ਗਲੀਆਂ ਵਿੱਚ ਰੋਲ ਦਿਆ ਕਰਦਾ ਹੈ। ਪੁੱਤਰ ਉਹ ਹੁੰਦਾ ਜਿਹੜਾ ਬਾਪੂ ਦਾ ਹੁਕਮ ਲੈਂਦਾ, ਥੋੜਾ ਜਿਹਾ ਮੰਨ ਲਿਆ, ਥੋੜਾ ਜਿਹਾ ਨਹੀਂ ਮੰਨਿਆ। ਕਪੁੱਤਰ ਨਾ ਲੈਂਦਾ ਤੇ ਨਾ ਮੰਨਦਾ, ਸਪੁੱਤਰ ਹੁਕਮ ਲੈ ਕੇ ਮੰਨ ਕੇ ਚੱਲਦਾ। ਤੇ ਆਪਾਂ ਹੁਕਮ ਲੈ ਲੈਨੇ ਗੁਰੂ ਕੋਲੋਂ, ਬਾਹਰ ਵੀ ਬੋਰਡਾਂ ਤੇ ਹੁਕਮਨਾਮਾ ਲਿਖਿਆ ਹੁੰਦਾ, ਪਰ ਅਸੀਂ ਸਰਵਣ ਵੀ ਨਹੀਂ ਕਰਦੇ, ਅਸੀਂ ਵਿਚਾਰਦੇ ਵੀ ਨਹੀਂ। 5 ਮਿੰਟ ਦਾ ਸਮਾਂ ਮੈਂ ਭਾਈ ਬਲਜੀਤ ਸਿੰਘ ਕੋਲੋਂ ਮੰਗਾਂਗਾ, ਜੇ ਹੋ ਸਕਦਾ ਤੇ ਸ਼ਬਦ ਦੀ ਸੰਖੇਪ 'ਚ ਵਿਚਾਰ ਕਰ ਲਵਾਂ। ਧਨਾਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 669 ਅੰਗ ਤੇ ਸੁਸ਼ੋਭਿਤ ਹੈ। ਸਤਿਗੁਰੂ ਜੀ ਮਹਾਰਾਜ ਦੀ ਜਿੰਨੀ ਗੁਰਬਾਣੀ ਹੈ ਨਾ ਗੁਰਮੁਖੋ, ਕਿਸੇ ਨਾ ਕਿਸੇ ਸਮੇਂ ਨੂੰ ਮੁੱਖ ਰੱਖ ਕੇ ਉਚਾਰਨ ਕੀਤੀ ਹੋਈ ਆ। ਐਵੇਂ ਨਹੀਂ ਕਿ ਸਤਿਗੁਰ ਬੈਠੇ ਰਹੇ ਤੇ ਉਚਾਰਨ ਕਰਦੇ ਰਹੇ। ਜਦੋਂ ਸਤਿਗੁਰ ਮਹਾਰਾਜ ਐਮਨਾਬਾਦ ਵਿੱਚ ਜਾਂਦੇ ਹਨ, ਆਪਣੇ ਮਿੱਤਰ ਨੂੰ ਸੰਬੋਧਨ ਕਰਦੇ ਹਨ, ਤਿਲੰਗ ਮਹੱਲਾ ਪਹਿਲਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸੱਜਣ ਠੱਗ ਨੂੰ ਸੰਬੋਧਨ ਕਰਦੇ ਹਨ। ਇਸੇ ਤਰ੍ਹਾਂ ਸੰਮਣ ਤੇ ਮੂਸਣ ਨੂੰ ਸੰਬੋਧਨ ਕਰਦੇ ਹਨ। ਚੌਬੋਲੇ ਮਹੱਲਾ ਪੰਜਵਾਂ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨ ਜਿਨ ਸਿਰ ਦੀਨੇ ਕਾਟ। ਇਸੇ ਤਰ੍ਹਾਂ ਗੁਰਮੁਖੋ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਕੋ ਕਾਬਲ ਤੋਂ ਸੰਗਤ ਆਉਂਦੀ ਹੈ ਕਿ ਮਹਾਰਾਜ ਕਿਰਪਾ ਕਰੋ, ਸਾਡੇ ਪਰਿਵਾਰ ਦੇ ਵਿੱਚੋਂ ਮਾਤਾ ਪਿਤਾ ਭੈਣ ਭਰਾ ਸੰਸਾਰੀ ਰਿਸ਼ਤਿਆਂ 'ਚੋਂ ਸਾਡਾ ਅਸਲੀ ਮਿੱਤਰ ਕਿਹੜਾ ਹੈ, ਉਦੋਂ ਵੀ ਸਤਿਗੁਰੂ ਜੀ ਸਮਝਾਉਂਦੇ ਹਨ। ਜੈਤਸਰੀ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੇ ਕਵਨੀ ਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ ਤਾਕੀ ਨਿਰਮਰੀਤ। ਇਸੇ ਤਰ੍ਹਾਂ ਅੱਜ ਦਾ ਸ਼ਬਦ ਗੁਰੂ ਰਾਮਦਾਸ ਸਾਹਿਬ ਨੇ ਉਸ ਸਮੇਂ ਉਚਾਰਿਆ ਜਦੋਂ ਸੰਗਤਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਹਿੰਦੂ ਧਰਮ ਦੇ ਅੰਦਰ ਆਖਿਆ ਜਾਂਦਾ ਹੈ ਕਿ 14 ਰਤਨ ਕੱਢੇ ਗਏ, ਇਹ ਸੰਸਾਰ ਸਾਗਰ ਨੂੰ ਰਿੜਕਿਆ ਗਿਆ, ਸ਼ੇਸ਼ ਨਾਗ ਦੀ ਰੱਸੀ ਬਣਾਈ ਗਈ, ਸਮੇਰ ਪਰਬਤ ਦਾ ਮਧਾਣਾ ਬਣਾਇਆ ਗਿਆ, 14 ਰਤਨ ਨਿਕਲੇ, ਅੰਮ੍ਰਿਤ ਦਾ ਘੜਾ ਨਿਕਲਿਆ, ਬਿੱਖ ਨਿਕਲੀ ਜਿਹਨੂੰ ਸ਼ਿਵ ਜੀ ਨੇ ਆਪਣੇ ਕੰਠ ਵਿੱਚ ਰੱਖ ਲਿਆ।
ਤੇ ਇਹਦੇ ਚੋਂ ਕਾਮ ਤੇ ਨਾ ਗਊ ਤੇ ਕਲਪ ਬ੍ਰਿਸ਼ ਇੰਦਰ ਦੇਵਤੇ ਦੇ ਹਿੱਸੇ ਆਏ। ਉਸ ਗਊ ਦੇ ਅੱਗੇ ਖੜ ਕੇ ਤੇ ਬ੍ਰਿਕਸ਼ ਦੇ ਥੱਲੇ ਖੜ ਕੇ ਜੋ ਮੰਗ ਲੋਗੇ ਮਿਲ ਜਾਏਗਾ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਉਸ ਸਮੇਂ ਇਹ ਸ਼ਬਦ ਉਚਾਰਨ ਕੀਤਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਸਤਿਗੁਰੂ ਨੇ ਕਿਹਾ ਕੋਈ ਸੂਰਜ ਨਹੀਂ, ਕੋਈ ਚੰਦਰਮਾ ਨਹੀਂ, ਕੋਈ ਗਊ ਨਹੀਂ, ਕੋਈ ਕਲਪ ਬ੍ਰਿਸ਼ ਨਹੀਂ, ਇੱਛਾ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਕੌਣ ਹੈ? ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਸਾਰੇ ਸੁਖ ਦੇਣ ਵਾਲਾ ਹਰੀ ਪਰਮਾਤਮਾ ਆਪ ਹੈ। ਉਹਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ। ਜਾ ਕੇ ਵਸ ਹੈ ਕਾਮ ਧੇਨਾ। ਕਹਿੰਦੇ ਠੀਕ ਆ, ਜੇ ਉਹ ਕਹਿੰਦੇ ਨਾ ਕਾਮ ਧੇਨਾ ਗਊ ਹੈ ਤੇ ਹੈ ਇੰਦਰਪੁਰੀ ਵਿੱਚ, ਫਿਰ ਉਹਦੇ ਕੋਲ ਜਾਣ ਵਾਸਤੇ ਸਰੀਰ ਤੇ ਛੱਡਣਾ ਪਏਗਾ ਨਾ, ਤੇ ਮਰਨਾ ਪਏਗਾ। ਹੋ ਸਕਦਾ ਕਿਸੇ ਸਰੀਰਕ ਜ਼ਰੂਰਤ ਦੀ ਇੱਛਾ ਹੋਵੇ ਤੇ ਫਿਰ ਉਹ ਕਿਵੇਂ ਪੂਰੀ ਹੋਏਗੀ? ਸਤਿਗੁਰ ਕਹਿੰਦੇ ਕਾਮ ਧੇਨਾ ਵੀ ਸਾਰਾ ਕੁਝ ਉਸ ਪਰਮਾਤਮਾ ਦੇ ਵਸ ਵਿੱਚ ਹੈ। ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਸਤਿਗੁਰ ਕਹਿੰਦੇ ਹੇ ਮੇਰੇ ਜੀਵ, ਫਿਰ ਐਸੇ ਪ੍ਰਭੂ ਨੂੰ ਧਿਆਈਏ ਨਾ ਜਿਹੜੇ ਕੋਲ ਸਾਰੀ ਇੱਛਾ ਪੂਰੀ ਕਰਨ ਦੀ ਤਾਕਤ ਹੈ, ਸਾਰੇ ਸੁੱਖ ਹਨ। ਕਾਮ ਧੇਨਾ ਵਰਗੀ ਗਊ ਵੀ ਉਹਦੇ ਵੱਸ ਚੱਲਦੀ ਹੈ। ਐਸੇ ਪਰਮਾਤਮਾ ਨੂੰ ਧਿਆਈਏ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਤਾਂ ਤੁਹਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਏਗੀ। ਹੁਣ ਇੱਥੇ ਸ਼ਬਦ ਮਨ ਕਿਉਂ ਵਰਤਿਆ, ਤਨ ਨੂੰ ਕਿਉਂ ਨਹੀਂ ਆਖਿਆ? ਤਾਂ ਸਰਬ ਸੁਖ ਪਾਵੈ ਮੇਰੇ ਮਨਾ, ਕਿਉਂਕਿ ਮਨ ਦਾ ਸੰਬੰਧ ਜਿਹੜਾ ਹੈ ਉਸ ਮਾਲਕ ਦੀ ਜੋਤ ਨਾਲ ਹੈ। ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਪਣੇ ਮੁੱਢ ਨੂੰ ਪਛਾਣਨਾ ਕਰ। ਜਿਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਸਤਿਗੁਰ ਕਹਿੰਦੇ ਤਨ ਤੇ ਪੰਜਾਂ ਤੱਤਾਂ ਚੋਂ ਬਣਿਆ, ਇਹਨੇ ਪੰਜਾਂ ਤੱਤਾਂ 'ਚ ਵਿਲੀਨ ਹੋ ਜਾਣਾ। ਤੇ ਮਨ ਦਾ ਸੰਬੰਧ ਹੈ ਉਸ ਮਾਲਕ ਦੇ ਨਾਲ। ਇਸ ਕਰਕੇ ਮਨ ਨੂੰ ਕਹਿੰਦੇ ਕਿ ਤੇਰੇ ਨਾਲ ਜਪ ਤਪ ਕੀਤਾ ਜ਼ਰੂਰ ਨਿਵੇਗਾ। ਹੁਣ ਸਤਿਗੁਰ ਕਹਿੰਦੇ ਜਪਣਾ ਕਿਵੇਂ? ਜਪ ਮਨ, ਫਿਰ ਮਨ ਨੂੰ ਆਖਿਆ ਕਿ ਮਨ ਕਰਕੇ ਜਪ। ਜਪ ਮਨ ਸਤਨਾਮ, ਸੱਚੇ ਦਾ ਪਰਮੇਸ਼ਰ ਦਾ ਨਾਮ ਜਪ। ਸਦਾ ਸਤਨਾਮ, ਜਿਹਦਾ ਨਾਮ ਸਦਾ ਹੀ ਸੱਚਾ, ਉਹਨੂੰ ਜਪਣਾ ਕਰ। ਕਿਸੇ ਬੰਦੇ ਨੂੰ ਨਾ ਜਪਣ ਲੱਗ ਪਵੀਂ। ਹਲਤ ਪਲਤ ਮੁਖ ਉਜਲ ਹੋਈ ਹੈ। ਲੋਕ ਤੇ ਪਰਲੋਕ ਵਿੱਚ ਤੇਰਾ ਮੁਖ ਉਜਲਾ ਹੋ ਜਾਏਗਾ। ਪਰ ਸ਼ਰਤ ਵੀ ਰੱਖ ਦਿੱਤੀ ਸਤਿਗੁਰ ਨੇ, ਕਿਵੇਂ ਹੋਏਗਾ? ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਤੈਨੂੰ ਨਿਤ ਰੋਜ਼ ਹੀ ਉਸ ਪਰਮਾਤਮਾ ਨੂੰ ਧਿਆਉਣਾ ਪਏਗਾ, ਤਾਂ ਤੇਰਾ ਮੁਖ ਉਜਲਾ ਰਹੇਗਾ। ਇਹ ਨਹੀਂ ਕਿ ਇੱਕ ਦਿਨ ਧਿਆ ਲਿਆ ਤੇ ਬਸ ਗੱਲ ਬਣ ਗਈ। ਮੈਂ ਪਹਿਲਾਂ ਜ਼ਿਕਰ ਕੀਤਾ ਸੀ ਨਾ ਕਿ ਜੇ ਅਖੰਡ ਪਾਠ ਕਰਾਉਣ ਦੇ ਨਾਲ ਮੁਕਤੀ ਹੋਣੀ ਹੁੰਦੀ ਨਾ, ਤੇ ਅਰਬਾਂ ਖਰਬਾਂ ਪਤੀ ਤੇ ਸਾਰੇ ਗ੍ਰੰਥਾਂ ਦੇ ਪ੍ਰਕਾਸ਼ ਹੀ ਘਰਾਂ 'ਚ ਕਰਾ ਲੈਂਦੇ। ਉਹ ਤੇ ਸਾਡੇ ਵਰਗੇ ਦਿਹਾੜੀਦਾਰ ਗ੍ਰੰਥੀ ਲਾ ਕੇ ਅਖੰਡ ਪਾਠ ਪੱਕੇ ਹੀ ਆਰੰਭ ਕਰਾ ਦਿੰਦੇ। ਸੋ ਸਤਿਗੁਰੂ ਨੇ ਆਖਿਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਬਾਣੀ ਨੂੰ ਸੁਣੇਗਾ, ਬਾਣੀ ਨੂੰ ਪੜ੍ਹੇਗਾ, ਗੁਰਬਾਣੀ ਨੂੰ ਵਿਚਾਰੇਗਾ, ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਕਰੇਗਾ, ਤਾਂ ਤੇਰੇ ਦੁੱਖ ਤੇ ਰੋਗ ਉਤਰਨੇ ਹਨ। ਰਹਾਓ ਜੈ ਹਰ ਸਿਮਰਨ ਭਇਆ। ਜਿਸ ਹਿਰਦੇ 'ਚ ਸਿਮਰਨ ਹੈ ਤੈ ਉਪਾਦ ਗਤ ਕੀਨੀ। ਉਹਦੀ ਗਤ ਹੋਣੀ ਵਡਭਾਗੀ ਹਰ ਜਪਨਾ। ਪਰ ਇਹ ਵੱਡਿਆਂ ਭਾਗਾਂ ਦੇ ਨਾਲ ਜਪਣ ਦੀ ਦਾਤ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਦੋਂ ਗੁਰੂ ਕਿਰਪਾ ਕਰਕੇ ਇਹ ਮਤ ਦੇ ਦੇ, ਜਪ ਕਰਕੇ ਭਵ ਸਾਗਰ ਤੋਂ ਪਾਰ ਹੋ ਸਕੀਦਾ ਹੈ। ਸੋ ਭਾਈ ਸਾਹਿਬ ਨੇ ਇੱਕ ਅਰਦਾਸ ਕਰਵਾਈ ਸੀ ਬੇਟੀ ਦੀ ਭਚੰਗੀ ਦੀ ਦਾਤ ਵਾਸਤੇ। ਤੇ ਗੁਰਮੁਖੋਂ ਮੈਂ ਇੱਕ ਬੇਨਤੀ ਕਰਾਂ, ਮੈਂ ਆਮ ਹਰ ਸਟੇਜ ਤੇ ਬੇਨਤੀਆਂ ਕਰਦਾ ਹੁੰਨਾ। ਜਦੋਂ ਮੈਂ ਇਸ ਖਾਲਸਾ ਪਲਟਨ 'ਚ ਪੋਸਟਿੰਗ ਆਇਆ ਸੀ ਨਾ, ਤੇ ਮੈਂ ਇਹਨਾਂ ਜਵਾਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਸੀ, ਹਰ ਮੈਦਾਨ ਫਤਿਹ ਕੀ ਆ? ਕਹਿੰਦੇ ਪਤਾ ਨਹੀਂ। ਦੇਗ ਤੇਗ ਫਤਿਹ ਕੀ ਆ? ਪਤਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆ? ਪਤਾ ਨਹੀਂ। ਔਖੀ ਘੜੀ ਕੀ ਆ? ਨਾ ਤਿੰਨਾਂ 'ਚੋਂ ਨਾ 13 'ਚੋਂ ਦਾ ਕੀ ਅਰਥ ਆ? ਐਰਾ ਗੈਰਾ ਨੱਥੂ ਖੈਰਾ ਕੀ? ਇਹ ਸਾਰਾ ਗੁਰਮੁਖੋ ਸਾਡਾ ਸਿੱਖ ਇਤਿਹਾਸ ਹੈ। ਫਿਰ ਮੇਰੇ ਗੁਰੂ ਨੇ ਕਿਰਪਾ ਕੀਤੀ, ਜੁਗਤੀਆਂ ਕਿਵੇਂ ਮਿਲਦੀਆਂ ਗੁਰੂ ਨਾਨਕ ਦੇ ਘਰੋਂ। ਅੱਜ ਬਾਬਿਆਂ ਦਾ ਰੂਪ ਬਦਲ ਗਿਆ। ਅੱਜ ਉਹਨਾਂ ਗਾਤਰੇ ਪਾਲੇ, ਦੇਹਧਾਰੀ ਗੁਰੂ ਡੰਮ ਗਾਤਰਿਆਂ ਵਾਲੇ ਬਣ ਕੇ ਬਹਿ ਗਏ। ਜਦੋਂ ਤੁਸੀਂ ਜਾਂਦੇ ਹੋ ਨਾ, ਤੁਹਾਡੇ ਸਿਰ ਤੇ ਹੱਥ ਧਰਨਗੇ। ਬਾਬਾ ਦੀਪ ਸਿੰਘ ਦੀ ਫੋਟੋ ਲਾਈ ਹੋਵੇਗੀ, ਇੱਕ ਵਾਰੇ ਮਾਤਾ ਦੀ ਫੋਟੋ ਵੀ ਲਾਈ ਹੋਏਗੀ।
ਚੋਲਾ ਵੀ ਪਾਇਆ ਹੋਏਗਾ, ਤੇ ਜਦੋਂ ਤੁਸੀਂ ਜਾਓਗੇ ਸਿਰ ਤੇ ਹੱਥ ਧਰ ਕੇ ਦੋ ਕੁ ਗੱਲਾਂ ਤੁਹਾਡੇ ਨਾਲ ਕਰਨਗੇ ਜਿਹੜੀਆਂ ਕਾਮਨ ਹਨ, ਤੇ ਤੁਸੀਂ ਭਾਵੁਕ ਹੋ ਕੇ ਉਹਨਾਂ ਦੇ ਪੈਰਾਂ ਤੇ ਡਿੱਗ ਪੈਂਦੇ ਜੇ। ਅਸਲ ਦੇ ਵਿੱਚ ਗੁਰਮੁਖ ਹੋਣ ਦਾ ਕੀ, ਅੱਜ ਮੈਂ ਕਿਸੇ ਨੂੰ ਵੀ ਇਹ ਗੱਲ ਕਹਿਦਾ ਨਾ ਕਿ ਪੈਸਾ ਘਰ 'ਚ ਬਹੁਤ ਆਉਂਦਾ, ਕਿਉਂਕਿ ਸਾਰੇ ਜੀ ਕਮਾਊ ਹੁੰਦੇ ਆ, ਆਮਦਨੀ ਚੰਗੀ ਆ, ਪਰ ਪੈਸਾ ਬਚਦਾ ਨਹੀਂ। ਕਹਿਣਾ ਹਾਂ ਬਾਬਾ ਜੀ ਬੜੇ ਅੰਤਰਜਾਮੀ ਆ। ਬਚਣਾ ਕਿੱਥੋਂ ਆ? ਘਰ ਦੇ 4 ਜੀ, ਚਵਾਂ ਕੋਲੋਂ 20-20 ਰੁਪਏ ਦੇ ਮੋਬਾਈਲ ਹੈ, 4 ਦੇ ਰੀਚਾਰਜ ਹੋਣੇ ਆ, ਤੇ ਪੈਸਾ ਕਿੱਥੋਂ ਬਚਣਾ? ਇਹ ਕਾਮਨ ਗੱਲਾਂ ਕਰਕੇ ਪਿੱਛੇ ਲਾ ਲੈਣਗੇ, ਤੇ ਫਿਰ ਕੀ ਕਹਿਣਗੇ? ਘਰ 'ਚ ਕਲਾ ਕਲੇਸ਼ ਬਹੁਤ ਰਹਿੰਦਾ। ਕਹਿਣਗੇ ਹਾਂ ਬਾਬਾ ਜੀ ਰਹਿੰਦਾ। ਕਿਹੜੇ ਘਰ 'ਚ ਕਲਾ ਕਲੇਸ਼ ਨਹੀਂ? ਜੇ ਬੱਚੇ ਨੂੰ ਕਹੋਗੇ ਮੋਬਾਈਲ ਰੱਖ ਦਿਓ, ਵੀ ਕਲਾ ਕਲੇਸ਼ ਕਰੇਗਾ। ਜੇ ਕਿਸੇ ਨੂੰ ਕਹੋਗੇ ਰੀਚਾਰਜ ਨਹੀਂ ਕਰਕੇ ਦੇਣਾ, ਉਹ ਵੀ ਕਲਾ ਕਲੇਸ਼। ਜੇ ਬੱਚੇ ਨੂੰ ਕਹੋਗੇ ਬੁਲਟ ਨਹੀਂ ਲੈ ਕੇ ਦੇਣਾ, ਤਾਂ ਵੀ ਕਲਾ ਕਲੇਸ਼ ਹੋ ਜਾਏਗਾ। ਅੱਜ ਦਾ ਸਮਾਂ ਹੀ ਇਹੋ ਜਿਹਾ। ਫਿਰ ਤੁਹਾਡੇ ਸਾਹਮਣੇ 2 ਪੰਕਤੀਆਂ ਬੋਲਣਗੇ, ਹਮਰੀ ਕਰੋ ਹਾਥ ਦੇ ਰਛਾ, ਵੀ ਬਾਅਦ 'ਚ ਮੂੰਹ 'ਚ ਗੁਣਗੁਣਾਉਣ ਲੱਗ ਪੈਣਗੇ, ਗੁਰਮੁਖੋ ਰੋਟੀ ਮੈਂ ਖਾਵਾਂ ਤੇ ਭੁੱਖ ਤੁਹਾਡੀ ਮਿਟੇ, ਇਹ ਨਹੀਂ ਜੇ ਹੋਣਾ। ਇਹ ਤੁਹਾਨੂੰ ਆਪ ਛਕਣਾ ਪੈਣਾ। ਜੇ ਉਹ ਬਾਬਾ ਸਾਡੇ ਲਈ ਚੌਪਈ ਸਾਹਿਬ ਕਰਕੇ ਸਾਡੇ ਦੁੱਖ ਕੱਟ ਸਕਦਾ ਨਾ, ਤੁਸੀਂ ਆਪ ਗੁਰਬਾਣੀ ਪੜ੍ਹ ਕੇ ਆਪਣੇ ਦੁੱਖ ਕੱਟ ਸਕਦੇ ਜੇ। ਇੱਕ ਦਾਸ ਦੀ ਕਥਾ ਹੈ, ਜੁਗਤੀਆਂ ਗੁਰੂ ਨਾਨਕ ਦੇ ਘਰੋਂ ਦਾਤਾਂ ਕਿਵੇਂ ਮਿਲਦੀਆਂ। ਇਹਨਾਂ ਸਾਰਿਆਂ ਵਿਸ਼ਿਆਂ ਤੇ ਕਥਾ ਕਰਕੇ ਸਾਡਾ ਆਰਮੀ ਚੈਨਲ ਆਨਲਾਈਨ ਹੈ, ਬਲਰਾਜ ਸਿੰਘ ਖਾਲਸਾ ਤੇ ਜਾ ਕੇ ਤੁਸੀਂ ਦੇਖ ਸਕਦੇ ਜੇ ਬਾਦਸ਼ਾਹ ਤੇ ਦਰਵੇਸ਼ ਵਿੱਚ ਕੀ ਫਰਕ ਹੈ, ਜਪਜੀ ਸਾਹਿਬ ਦੀ ਕੀ ਮਹਾਨਤਾ ਹੈ, ਔਖੀ ਘੜੀ ਕੀ ਆ। ਮੈਂ ਇੱਕ ਜੁਗਤੀ ਅੱਜ ਤੁਹਾਡੇ ਨਾਲ ਸਾਂਝੀ ਕਰਕੇ ਜਾਵਾਂ। ਗੁਰੂ ਨਾਨਕ ਦੇ ਘਰੋਂ ਸਾਰਿਆਂ ਦੀ ਝੋਲੀ 'ਚ ਮੈਂ ਪਾ ਕੇ ਜਾਵਾਂ। ਗੁਰੂ ਘਰ ਦਾ ਵਜ਼ੀਰ ਹਾਂ, ਮੇਰੀ ਡਿਊਟੀ ਬਣਦੀ ਆ। ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਮੰਗ ਉਤਪੰਨ ਹੁੰਦੀ ਹੈ ਨਾ, ਤੁਸੀਂ ਗੁਰਦੁਆਰਾ ਸਾਹਿਬ ਨੂੰ ਮੂੰਹ ਕਰਦੇ ਹੋ, ਜਾਂਦੇ ਹੋ ਨਾ, ਅਟੁੱਟ ਵਿਸ਼ਵਾਸ ਨਾ ਜਾਇਆ ਕਰੋ। ਮੇਰਾ ਗੁਰੂ ਆਖਦਾ ਜੇ, ਨਾਨਕ ਕੈ ਘਰ, ਯਾਦ ਹੀ ਨਹੀਂ ਸਬਕ ਆਪਾਂ ਨੂੰ, ਨਾਨਕ ਕੇ ਘਰ ਕੇਵਲ ਨਾਮ। ਕਹਿੰਦੇ ਓਨਲੀ ਇੱਥੇ ਨਾਮ ਹੈ। ਹੁਣ ਤੁਸੀਂ ਕਿਸੇ, ਮਾਫ ਕਰਨਾ ਮੈਂ ਦੁਕਾਨ ਸ਼ਬਦ ਵਰਤਿਆ, ਤੁਸੀਂ ਕਿਸੇ ਦੁਕਾਨ ਤੇ ਜਾਓ, ਉੱਥੇ ਲਿਖਿਆ ਹੋਵੇ ਇੱਥੇ ਕਰਿਆਨਾ ਮਿਲਦਾ, ਤੁਸੀਂ ਜਾ ਕੇ ਕਹਿ ਸਕਦੇ 2 ਬੋਰੇ ਸੀਮੈਂਟ ਦੇ ਦੇ ਦਿਓ? ਹਾਰਡਵੇਅਰ ਦੀ ਦੁਕਾਨ ਤੇ ਜਾ ਕੇ ਖੰਡ ਮੰਗ ਸਕਦੇ? ਨਹੀਂ ਮੰਗ ਸਕਦੇ ਨਾ। ਹੁਣ ਇੱਥੇ ਲਿਖਿਆ ਨਾਨਕ ਕੇ ਘਰ ਕੇਵਲ ਨਾਮ। ਪਹਿਲਾਂ ਬਜ਼ੁਰਗ ਆਖਦੇ ਹੁੰਦੇ ਸੀ ਨਾਮਦਾਨ ਦੀ ਦਾਤ ਬਖਸ਼ੋ। ਅੱਜ ਕਹਿੰਦੇ ਜੀ ਕੋਠੀ ਦੇ ਦਿਓ, ਕਾਰ ਦੇ ਦਿਓ, ਇੱਥੋਂ ਤੱਕ ਆਈਫੋਨ ਵੀ ਮੰਗਣ ਲੱਗ ਪਏ ਆਪਾਂ ਆ ਕੇ ਗੁਰੂ ਦੇ ਕੋਲੋਂ। ਇਹ ਦਾਤਾਂ ਜੇ ਤੂੰ ਲੈਣੀਆਂ ਚਾਹੁੰਦਾ ਨਾ, ਹੁਣ ਤੁਸੀਂ ਇਹ ਨਾ ਕਿਉਂ ਵੀ ਇੱਥੋਂ ਮਿਲਦੀਆਂ ਨਹੀਂ। ਸਤਿਗੁਰ ਨੇ ਕਿਹਾ ਨਾਨਕ ਇਹ ਕਰ ਕੇਵਲ ਨਾਮ। ਹੁਣ ਤੁਹਾਡੇ ਸਾਹਮਣੇ ਇੱਕ ਸੋਨੇ ਦੀ ਦੁਕਾਨ ਹੋਵੇ, ਇੱਕ ਹੀਰਿਆਂ ਦੀ ਹੋਵੇ, ਇੱਕ ਮਠਿਆਈਆਂ ਦੀ ਹੋਵੇ, ਸਾਰਾ ਕੁਝ ਫ੍ਰੀ ਹੋਵੇ, ਇੱਕ ਇੱਕ ਪੰਡ ਚੁੱਕ ਕੇ ਲਿਜਾ ਸਕਦੇ ਹੋ, ਤੁਸੀਂ ਕਿਹੜੀ ਪੰਡ ਲੈ ਕੇ ਜਾਓਗੇ? ਇਹ ਸੋਚੋਗੇ ਹੀਰੇ ਲੈ ਜਾਈਏ, ਸੋਨਾ ਲੈ ਜਾਈਏ, ਵੇਚ ਕੇ ਜੋ ਚਾਹੀਦਾ ਲੈ ਲਾਂਗੇ, ਖੰਡ ਨੂੰ ਬਰਫੀ ਨੂੰ ਖੜ ਕੇ ਕੀ ਕਰਾਂਗੇ? ਹੁਣ ਇੱਥੇ ਮੇਰਾ ਗੁਰੂ ਕਹਿੰਦਾ ਨਾਨਕ ਕੇ ਕਰ ਕੇਵਲ ਨਾਮ। ਇੱਥੇ ਸਭ ਤੋਂ ਕੀਮਤੀ ਵਸਤੂ ਮਿਲਦੀ ਜੇ ਨਾਮ ਮਿਲਦਾ ਜੇ। ਪਤਾ ਕਿੰਨਾ ਕੀਮਤੀ ਆ? ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਮਾਤਾ ਪਿਤਾ ਭੈਣ ਭਰਾ ਰਿਸ਼ਤੇ ਕੋਈ ਨਹੀਂ ਹੋਏਗਾ, ਉੱਥੇ ਮਨ ਤੇਰੇ ਨਾਲ ਨਾਮ ਜ਼ਰੂਰ ਸਹਾਈ ਹੋਏਗਾ। ਫਿਰ ਸਤਿਗੁਰ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਪਰਮਾਤਮਾ ਦਾ ਨਾਮ ਨਿਰਮੋਲਕ ਹੈ, ਉਹਦਾ ਮੁੱਲ ਕੋਈ ਨਹੀਂ ਧਾਰ ਸਕਦਾ। ਕਿਹਨੇ ਦੱਸਿਆ ਸਾਨੂੰ ਇਹ? ਗੁਰ ਦੀਨੋ ਮੰਤਾਨੀ। ਗੁਰੂ ਨੇ ਮੰਤਰ ਦਿੱਤਾ। ਕੀ ਆਖਿਆ ਗੁਰੂ ਨੇ? ਡਿੱਗੇ ਨਾ ਡੋਲੇ। ਇਹਨੂੰ ਹੀਰੇ ਨੂੰ ਧਾਰਨ ਕਰਨ ਵਾਲਾ ਡਿੱਗਦਾ ਨਹੀਂ। ਇਹ ਹੀਰਾ ਗਵਾਚਦਾ ਨਹੀਂ ਤੇ ਉਹ ਡੋਲਦਾ ਨਹੀਂ। ਉਹ ਕਹਿ ਦਿੰਦਾ 10 ਦਾ 20 ਲੱਖ ਵੀ ਦੁਸ਼ਮਣ ਚੜ ਕੇ ਆ ਜਾਵੇ, ਪਰਵਾਹ ਕੋਈ ਨਹੀਂ, ਟਰੱਕ ਭਰ ਕੇ ਵੇਖਿਓ ਕਿਵੇਂ ਢੇਰੀਆਂ ਲਾ ਕੇ ਤੋਰਦਾ, ਤੇ ਉਹ ਬਚਨ ਦਾ ਬਲੀ ਪੂਰਾ ਕਰਕੇ ਦਿਖਾਉਂਦਾ ਜਿਹਨੂੰ ਹੀਰਾ ਧਾਰਨ ਕੀਤਾ ਹੁੰਦਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਹੁਣ ਤੁਸੀਂ ਕਹੋਗੇ ਗੁਰੂ ਅਮਰਦਾਸ ਹੀ ਦੂਜੇ ਪਾਸੇ ਆਖ ਰਹੇ। ਹੁਣੇ ਪੜ੍ਹਿਆ ਆਪਾਂ ਆਨੰਦ ਸਾਹਿਬ ਵਿੱਚ, ਸਾਚੇ ਸਾਹਿਬਾਂ, ਬੋਲੋ ਭਾਈ, ਸਾਚੇ ਸਾਹਿਬਾਂ ਕਿਆ ਕਿਆ ਨਹੀਂ ਕਰਤੇ ਰੇ। ਕਹਿੰਦੇ ਗੁਰੂ ਨਾਲ ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਇੱਥੇ ਕੇਵਲ ਨਾਮ ਹੈ, ਗੁਰੂ ਅਮਰਦਾਸ ਨਾਨਕ ਕੇ ਕਰ ਕੇਵਲ ਨਾਮ। ਦੂਜੇ ਪਾਸੇ ਕਹਿੰਦੇ ਸਾਚੇ ਸਾਹਿਬਾਂ ਕਿਆ ਨਹੀਂ ਕਰਤੇ ਰੇ, ਉਹ ਵੀ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਆ। ਕਹਿੰਦੇ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਆ ਇੱਥੇ ਕੁੰਡੀ ਜੇ। ਸਾਨੂੰ ਜੁਗਤੀਆਂ ਦਾਤਾਂ ਲੈਣੀਆਂ ਨਹੀਂ ਆਉਂਦੀਆਂ, ਇਸ ਦਰ ਤੋਂ ਦਾਤਾਂ ਮਿਲਦੀਆਂ ਕਿਵੇਂ ਆ? ਇਹ ਬੜੀਆਂ ਸਸਤੀਆਂ ਵਸਤੂਆਂ। ਜੇ ਤੂੰ ਪੁੱਤਰ ਲੈਣਾ ਨਾ, ਹੋਰ ਕੋਈ ਵਸਤੂ ਲੈਣੀ ਆ, ਤੂੰ ਬਾਹਰ ਹੀ ਚਲਿਆ ਜਾ। ਮੇਰਾ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤੈਨੂੰ ਦਰਬਾਰ ਤੋਂ ਬਾਹਰੋਂ ਹੀ ਮਿਲ ਜਾਣਗੀਆਂ। ਉੱਥੇ ਬੜੀਆਂ ਵਸਤੂਆਂ ਪਈਆਂ ਏ। ਮਹਾਰਾਜ ਇਹ ਕਿੱਥੇ ਪਈਆਂ?
सतगुरु ने 12 साल मोढे ते जल दी गागर ढोई बजुर्ग अवस्था 'ਚ। मैं बड़ा हैरान हो जाना वैसे इतिहास विचों दर्शन करके। अज दी साइंस कहती 18 साल का बच्चा होएगा तो मोटरसाइकिल चलाएगा, 18 साल का बच्चा होएगा तो लाइसेंस बनेगा। तो धन मेरे गुरु नानक पातशाह का घर, इत्थे 5 साल का गुरु है। धन धन गुरु हरकृष्ण जी महाराज, कृष्ण साहब जी महाराज, जिन्हों कलगीधर पातशाह ने आख्या श्री हरकृष्ण ध्याई है जिस डिठे सब दुख जाए। अज की साइंस कहती 60 साल का रिटायर कर दो, बापू का दिमाग नहीं काम करता। तो इत्थे बापू बजुर्ग अवस्था च मोढे ते जल की गागर ढो के सेवा करता है। तो 72 साल की उम्र दे विच बापू नूं गुरता गद्दी प्राप्त हुंदी है। 12 साल सेवा करके फिर बापू सानू कहंदा सतगुर की सेवा सफल है। कहंदे सेवा सफली है, शर्त की है जे को करे, जे चित ला के करोगे। ये नहीं कि मैं बाल्टी दाल दी फड़ी किसी ने वेख्या कि नहीं वेख्या, जे को करे चित लाए। फिर मिलेगा की उस जगह ते आजो साचे साहिबा क्या नहीं करते। सतगुर कहंदे सतगुर की सेवा सफल है जे को करे चित लाए। कहंदे मन चिंदिया, चिंदिया दा भाव जी इच्छा, जो बर्तन च सेवा करदियां, जोड़े झाड़दियां, झाड़ू की सेवा करदियां तेरे मन च इच्छा उत्पन्न होगी ना। कहंदे मन चिंदिया फल पावना, हौमे विचों जाए अंदरों सब तो वड्डा दुश्मन हंकार भी चलिया जाएगा। सो ये छोटियां मोटियां दातां झाड़ू की सेवा च लग जा करो, गुरुद्वारे जाके बर्तन की सेवा करया करो, प्रसादियां की सेवा करया करो। जदों इच्छा बन गई ना उत्थे मेरे सतगुरां ने तुरंत ही पूरी कर देनी आ। इत्थे आके मंगना हुंदा ते मंगया करो, नानक के घर केवल नाम। फिर भी जे मन नहीं टिकदा ना किते इत्थे आके आखियो धन गुरु हरगोबिंद साहब 6वें जामे च तुसी जपजी साहब सुनिया सी भाई गोपाला को श्री हरगोबिंदपुर दमदमा साहब विखे, ते तुसी उहनूं तखत देण लगे सी, मत्था टेकण लगे सी, उहदे अंदरों घोड़े की भावना उत्पन्न हो गई सी कि मैनूं घोड़ा मिल जावे, तो तुसी उहनूं घोड़ा दे दिता सी। अज मैं 10 पातशाहियां दी जोत गुरु ग्रंथ साहब गोपाला जी वर्गी मेरे अंदर एकाग्रता नहीं है, उहो जिहा जीवन नहीं है, पर मैं अज 10 पातशाहियां दी जोत तुहानूं जपजी साहब सुनाउण आया। किरपा करो मेथों सरवण करना करो। तुसी जपजी साहब सुनाओगे जो तुहाडे फुरना बन गया मेरे गुरु ने तुरंत पूरा कर देना। ये गुरु नानक दे घरों दातां किवें मिलदियां, जुगतियां सरवण करियो जरूर जाके बलराज सिंह खालसा यूट्यूब चैनल ते। कलगीधर खुद किड्डा को बलवान होसी, 12 हिस्सियां च कथा करवाई हुई है गुरु साहब जी महाराज ने। पटना साहब तो लैके नदेड़ साहब तक दी कथा है। बाहर निकलो अबदाली दिया पुत्रिया, तैनू चढ़स्यों दा पोतरा रंजीत सिंह वंगार दा। इन्हां सारियां विषयां ते कथा मेरे गुरु ने करवाई। इन्ने बचन करते हुए समाप्ति। परिवार वधाई दा पात्र है जिन्हां ने 15 दिन गुरु दे चरण परसे। असीं ते 3 दिन अखंड पाठ कराउने आ, कमरे च बड़ी मुश्किल नाल असीं मत्था टेकण आउने आ। उस तो बाद ग्रंथी कल्ले बैठे रह जाते आ। वध तो वध सहज पाठ करिया करिए, आप गुरबाणी पढ़िया करिए ते गुरबाणी नूं विचारिया करिए। गुरमुखो जे 4 अंग सहज पाठ दे तुसीं रोज़ करोगे ना, 4 अंग रोज़ दे करोगे तो 1 साल दे विच सहज पाठ दा भोग पै जाएगा। जे तुसीं 1 अंग भी रोज़ कर लोगे ना तो 4 सालां दे विच सहज पाठ दा फिर भी भोग पै जाएगा। जे घर च 4 जी हो ना, चारे फैसला कर लो 1-1 अंग सहज पाठ दा आपां चवां ने रोज़ करना परिवार की चढ़दी कला वास्ते। पर जदों एक जी करेगा बाकी तिन्हां ने बह के सुननी आपां गुरबाणी उत्थे। इस तरह का रूटीन बना दो, तुसीं वेखियो खुशियां किवें आउंदियां। सतगुर किरपा करन। इन्ने बचन करते हुए समाप्ति है। कोई बचन वध घट बोलिया गया होवे गुरु रूप साध संगत ते श्री गुरु ग्रंथ साहिब जी महाराज बख्शण जोग हन। बुलाओ फतेह जी। वाहिगुरु जी का खालसा वाहिगुरू जी।